होने दो। हरिओम जी। आज हम हरिओम जी। पढ़ेंगे गुरु जी की पुस्तक संगत में से पेज नंबर 3। कल हाँ, हमने पढ़ा संगत था। पुस्तक। हाँ जी, संगत कल पुस्तक हमने भी बहुत शानदार है, आराम से पढ़नी है, छोटी है और बड़ा गूढ़ तत्व इसमें बताया गया है। गुरु महाराज ने ये पाकिस्तान बनने से पहले की लिखी हुई है। वहाँ भी इनको शौक होता था, तो ऑफिस में जब ड्यूटी होती थी तो उसमें तो ऐसा काम होता था कि एसी ठीक चलना चाहिए, लाइट पानी ठीक आना चाहिए, तो वो सारा प्रबंध करके बैठे रहते थे और बैठ करके अपना लिखा करते थे। न्यू हॉस्पिटल में इनकी ड्यूटी होती थी बिफोर पाकिस्तान बनने से पहले पहले। तो वहाँ भी बहुत काम किया इन्होंने, अपनी ड्यूटी पर रहकर भी ड्यूटी भी पूरी की और हमारे लिए जो है सत्संग की सेवा भी पूरी की। हाँ जी, हो जाए चलो। हाँ जी, कल हमने पढ़ा था राधा और कृष्ण जी का वृत्तांत कि जब राधा के जख्म हुआ थोड़ा सा नाखून लगने से महाराज जी का, तो वो उसको जुड़ने ही नहीं देती थी, बार बार उसको फाड़ देती थी ताकि भगवान जी की याद हमारे मन में हमेशा बनी रहे। और आज हम उससे आगे पढ़ेंगे। चलिए। इंसान के अंतःकरण पर भी ग्रहण लगा हुआ है, हाँ, जानते हो साडे क्यों? मन ते भी ग्रहण लगा हुआ है। कई चीज़ां ਅਸੀਂ ग्रहण करनियां चाहते हैं, मिलदियां नहीं पईयां, हुंदा नहीं पिया काम, ਉਹ ਹੋਣ ਵਾਸਤੇ भी समझ लग गया ना। ਉਹ जिस तरह ग्रहण लग जाता है सूरज चंद्रमा ਨੂੰ ਤੇ ਕੋਈ ਕਮੀ ਆ ਜਾਂਦੀ ਹੈ ਪ੍ਰਕਿਰਤੀ ਦੇ ਸਾਡੇ ਇਸ ਧਰਤੀ ਤੇ ਮਾਤ ਲੋਕ ਵਿੱਚ ਖਾਸ ਤੌਰ ਤੇ ਇਸੇ ਤਰ੍ਹਾਂ ਹੀ ਸਾਡੇ ਹੀ ਇਹ ਮਾਤ ਲੋਕ ਦਾ ਇੱਕ ਰੂਪ ਹੀ ਹੈ ਸਰੀਰ, ਇਹਦੇ ਵਿੱਚ ਮਨ ਦੇ ਵਿੱਚ ਤਨ ਦੇ ਵਿੱਚ ਸਾਡੇ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਕੁਝ ਕਮੀਆਂ ਆ ਜਾਂਦੀਆਂ ਨੇ। ਹਾਂਜੀ ਚਲਿए। इंसानी दिल के अंदर अंतःकरण पर इच्छा का ग्रहण लगा हुआ है। हाँ, साडी इच्छा है, वासना है, मिल जाए, ए मिल जाए, ए मिल जाए, ए क्यों नहीं होया, ए क्यों नहीं होया, ए क्यों इस तरह क्यों हो गया है। ਇਹ ਸਾਰਾ ਇਹ ਇੱਛਾ ਚਾਹਣਾ ਜਿਹੜੀ ਹੈ ਨਾ, ਉਹ ਸਾਨੂੰ ਚਾਹਣੀ ਦੀ ਤਰ੍ਹਾਂ, ਜਿਸ ਤਰ੍ਹਾਂ ਅਸੀਂ ਚਾਹਣੀ ਕੋਈ ਅਸੀਂ ਸ਼ਰਬਤ ਬਣਾਉਣ ਵਾਸਤੇ ਕੋਈ ਖੰਡ ਘੋਲਦੇ ਆ, ਕਰਦੇ ਆ ਕੈਸਾ ਸਿਲਸਿਲਾ ਹੈ, ਅੱਗ ਤੇ ਰੱਖ ਦਿੰਦੇ ਆ ਕੈਸਾ ਸਿਲਸਿਲਾ ਹੈ, ਕੀ ਹਾਲ ਉਹਦਾ ਹੁੰਦਾ ਹੈ, ਇਸ ਤਰ੍ਹਾਂ ਸਾਨੂੰ ਇਹ ਚਾਹਣੀ ਦੀ ਤਰ੍ਹਾਂ ਤਲ ਦਿੰਦੇ ਨੇ। ਹਾਂਜੀ ਚਲਿए। आत्मा के पूर्ण प्रकाश को इच्छा रोकती है। हाँ, आत्मा ਦੇ ਪੂਰਨ ਪ੍ਰਕਾਸ਼ ਨੂੰ ਜਿਹੜੀ ਹੈ ਨਾ, ਇਹ ਇੱਛਾ ਦਾ ਪਰਦਾ, ਮਾਇਆ ਦਾ ਪਰਦਾ ਜਿਹੜਾ ਨਾ, ਇੱਛਾ 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 ਕਾਮਨਾ ਸਾਡੀ ਇਹ ਰੋਕ ਲੈਂਦੀ ਹੈ, ਇਹ ਮਾਇਆ ਦਾ ਪਰਦਾ ਬਣ ਜਾਂਦੀ ਹੈ। ਹਾਂਜੀ। अंतःकरण पर पूरी तरह से प्रकाश पड़ने ही नहीं देती। ਹਾਂ, ਇਹ ਫਿਰ ਜਿਹੜਾ ਨਾ, ਇਹ ਮਾਇਆ ਇਹ ਸਾਡੇ ਮਨ ਦੇ ਉੱਤੇ ਪੂਰੀ ਤਰ੍ਹਾਂ ਦਾ ਪ੍ਰਕਾਸ਼ ਨਹੀਂ ਪੜਨ ਦਿੰਦੀ। ਕੁਛ ਨਾ ਕੁਛ ਅੰਧੇਰਾ ਰਹਿ ਹੀ ਜਾਂਦਾ ਹੈ, ਬਹੁਤ ਅੰਧੇਰਾ ਰਹਿ ਜਾਂਦਾ ਹੈ, ਚਾਨਣ ਨਹੀਂ ਹੁੰਦਾ। ਪ੍ਰਕਾਸ਼ ਹੋਏਗਾ, ਸਾਨੂੰ ਸਾਰਾ ਕੁਝ ਪਤਾ ਲੱਗੇਗਾ, रोशनी होएगी, ਸਾਨੂੰ ज्ञान होएगा, सब कुछ पता लगेगा। हाँ जी। जब तक इच्छा एक तरफ ना हो जाए, ना करना चाहिए ना कुछ खाना चाहिए। हाँ, ਜਦੋਂ ਤੱਕ ਸਾਡੀ ਕੋਈ ਜਿਹੜੀ ਹੈ ਨਾ ਇੱਛਾ ਦਾ ਪਹਾੜ ਨਹੀਂ ਨਾ ਇੱਕ ਪਾਸੇ ਹੋ ਜਾਂਦਾ, ਇੱਕ ਤਰਫ ਹੋ ਜਾਂਦਾ, ਇੱਛਾ ਦਾ ਤੇ ਪਹਾੜ ਬਣਾਇਆ ਹੋਇਆ ਅਸੀਂ ਉਹਨਾਂ ਤੇ ਨਾ ਸਾਨੂੰ ਕੋਈ ਨਾ ਖਾਣਾ ਪੀਣਾ ਚਾਹੀਦਾ, ਨਾ ਕਰਨਾ ਚਾਹੀਦਾ, ਮਸਤ ਹੋ ਕੇ ਮਨ ਮੰਦਰ ਵਿੱਚ ਬਹਿਣਾ ਚਾਹੀਦਾ, ਪ੍ਰਭੂ ਦੇ ਚਰਨਾਂ ਵਿੱਚ ਰਹਿਣਾ ਚਾਹੀਦਾ, ਪ੍ਰਭੂ ਦੇ ਚਰਨਾਂ ਵਿੱਚ ਇਕਾਗਰ ਮਨ ਨਾਲ ਬੇਨਤੀ ਕਰਨੀ ਚਾਹੀਦੀ ਹੈ, ਵਿਨੇ ਕਰਨੀ ਚਾਹੀਦੀ ਹੈ, ਅਰਜ਼ ਕਰਨੀ ਚਾਹੀਦੀ ਹੈ, ਤਾਂ ਕਿ ਇਹ ਗਰਜ਼ਾਂ ਦੇ ਭਾਵ ਸਾਨੂੰ ਗਰਜ਼ ਇੱਛਾਵਾਂ ਦੇ ਭਾਵ ਨਾ ਉੱਠਣ ਤੇ ਅਸੀਂ ਬਚੇ ਰਹੀਏ। ਪ੍ਰਭੂ ਤੇਰੇ ਚਰਨਾਂ ਵਿੱਚ ਧਿਆਨ ਰਵੇ, ਤੇਰੇ ਚਰਨਾਂ ਵਿੱਚ ਅਸੀਂ ਬੈਠ ਜਾਈਏ ਔਰ ਤੇਰਾ ਮਿਹਰ ਭਰਿਆ ਹੱਥ ਹਰ ਵੇਲੇ ਹਰ ਘੜੀ ਹਰ ਹਾਲਤ ਵਿੱਚ ਸਾਡੇ ਸਿਰ ਤੇ ਟਿਕਿਆ ਰਵੇ ਔਰ ਅਸੀਂ ਮਨ ਤਨ ਧਨ ਤੌਰ ਤੇ ਸ਼ਾਂਤ 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 ਰਹੀਏ। ਹਾਂਜੀ। एक ही कर्म, बस सिमरन होना चाहिए ताकि इच्छा का साया दिल से हट जाए। ਹਾਂ, ਅਗਰ ਅਸੀਂ ਸਿਮਰਨ ਕਰਦੇ ਰਵਾਂਗੇ ਤੇ ਫਿਰ ਸਾਡੀਆਂ ਇੱਛਾਵਾਂ ਨਹੀਂ ਉੱਠਣਗੀਆਂ, ਕਿਉਂਕਿ ਅਸੀਂ ਮਨ ਆਪਣੇ ਨੂੰ ਰੁਝਾਇਆ ਹੋਇਆ ਹੈ, ਲਗਾਇਆ ਹੋਇਆ ਹੈ ਸਿਮਰਨ ਵੱਲ। ਸਿਮਰਨ ਦਾ ਅਰਥ ਅਸਲ ਵਿੱਚ ਸਮ ਰਹਿਣੀ ਹੈ, ਸਮਰਨ 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 ਸਮ ਰਹਿਣਾ।
ਭਾਵ ਨਾ ਉੱਠਣੇ, ਭਾਵ ਉੱਠਦੇ ਨੇ ਤੇ ਸਿਮਰਨ ਨਹੀਂ ਹੁੰਦਾ। ਅਨੇਕ ਤਰ੍ਹਾਂ ਦੀਆਂ ਇੱਛਾਵਾਂ ਪੈਦਾ ਹੁੰਦੀਆਂ ਨੇ। ਅਗਰ ਅਸੀਂ ਸਿਮਰਨ ਚ ਲੱਗ ਜਾਂਦੇ ਹਾਂ, ਸਮ ਰਹਿਣੀ ਹੋ ਜਾਂਦੀ ਹੈ ਤੇ ਚਮ ਰਹਿਣੀ ਤੋਂ ਸਰੀਰ ਤੋਂ ਉੱਠ ਪੈਂਦੇ ਹਾਂ। ਅਸੀਂ ਸਰੀਰ ਨਹੀਂ ਆਪਣੇ ਆਪ ਨੂੰ ਮੰਨਦੇ, ਆਤਮਾ ਪਰਮਾਤਮਾ ਜੀਵਨ ਜੋਤੀ ਹੀ ਮੰਨਦੇ ਆ। ਤੇ ਜੀਵਨ ਜੋਤੀ ਜਿਹੜੀ ਉਹ ਜਗਦੀ ਰਹਿੰਦੀ ਹੈ, ਬੜੇ ਆਰਾਮ ਨਾਲ, ਉਹਨੇ ਕੋਈ ਕੰਮ ਨਹੀਂ ਕਰਨਾ, ਉਹਨੇ ਸਾਨੂੰ ਚਾਨਣ ਦੇਣਾ। ਹਾਂਜੀ। जिंदगी, नई शक्ति, नई बुद्धि, सब कुछ नया अनुभव होने लगता है जब योग सिमरन से इच्छा एक तरफ हो जाए। ਜਦੋਂ ਅਸੀਂ ਯੋਗ ਸਿਮਰਨ ਕਰਕੇ, ਯੋਗ ਮਾने ਜਮਾ ਹੋ ਕੇ ਹਰੀ ਦੇ ਵਿੱਚ ਮਨ ਤੌਰ ਤੇ ਜਮਾ ਹੋਣਾ ਹੈ, ਮਨਨ ਤੌਰ ਤੇ ਹਰੀ ਦਾ ਮਨ, ਗੁਰੂ ਦਾ ਮਨ, ਪ੍ਰਭੂ ਦਾ ਮਨ ਜਿਹੜਾ ਹਾਸਲ ਕਰਨਾ ਹੈ, ਪ੍ਰਭੂ ਦੇ ਮਨ ਵਿੱਚ ਚੌਂਕੜੀ ਮਾਰ ਕੇ ਬੈਠ ਜਾਣਾ ਹੈ। ਸਾਡੇ ਮਨ ਵਿੱਚ ਹਰੀ ਦਾ ਪ੍ਰਕਾਸ਼ ਹੋ ਜਾਏ, ਮਨਨ ਹਰੀ ਹਰੀ ਕਰੇ, ਫਿਰ ਸਾਰਾ ਮਸਲਾ ਹੱਲ ਹੋ ਜਾਂਦਾ ਹੈ। ਫਿਰ ਕੋਈ ਅੰਧੇਰਾ ਨਹੀਂ ਹੁੰਦਾ, ਖਲੇਰਾ ਨਹੀਂ ਹੁੰਦਾ, ਚਾਰ ਚਫੇਰਾ ਫਿਰ ਚਮਕਦਾ ਨਜ਼ਰ ਆਉਂਦਾ ਹੈ। ਹਾਂਜੀ। जानते हो ये ग्रहण क्यों लगा? आत्मा और इच्छा और अंतःकरण एक लाइन में आ गए। ਹਾਂ, ਆਤਮਾ, ਇੱਛਾ ਤੇ ਅੰਤःਕਰਨ ਇੱਕ ਲਾਈਨ ਵਿੱਚ ਆ ਜਾਂਦੇ ਨੇ, ਅੰਧੇਰਾ ਖਤਮ ਹੋ ਜਾਂਦਾ ਹੈ, ਚਾਰ ਚਫੇਰਾ ਰੋਸ਼ਨੀ ਨਾਲ ਭਰ ਜਾਂਦਾ ਹੈ। ਹਾਂਜੀ। आत्मा का प्रकाश इच्छा ने रोक लिया, अंतःकरण अंजन काला हो गया। ਹਾਂ, ਅੰਤਸ਼ਕਰਨ ਜਿਹੜਾ ਨਾ ਉਹ ਅੰਜਨ ਵਾਲਾ ਹੋ ਗਿਆ, ਕਾਲਕ ਵਾਲਾ, ਕਾਲੇ ਸੁਰਮੇ ਵਾਲਾ ਹੋ ਗਿਆ। ਇਸ ਵਾਸਤੇ ਹੈ ਪ੍ਰਕਾਸ਼ ਰੋਕ ਲਿੱਤਾ ਮਾਇਆ ਨੇ। ਹਾਂਜੀ। असल हालत अंतःकरण निरंजन है, निरक्षित है। ਹਾਂ, ਅਸਲ ਵਿੱਚ ਜਿਹੜਾ ਸਾਡਾ ਮਨ ਹੈ ਨਾ, ਨਿਰਛਤ ਹੈ, ਨਿਰੰਜਨ ਹੈ ਸਹੀ ਮਾਇਨਿਆਂ ਵਿੱਚ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਹਿਚਾਨ। ਮਨ ਜਿਹੜੀ ਆਤਮਾ ਦੀ ਮੰਨਣ ਸ਼ਕਤੀ ਹੈ, ਆਤਮਾ ਇਸ ਦੀ ਮਾਂ ਹੈ, ਤੇ ਮਨ ਵਿੱਚ ਕਿੱਥੇ ਖੋਟ ਹੁੰਦੀ ਹੈ। ਮਨ ਨੂੰ ਤੇ ਪ੍ਰਭੂ ਨੇ ਸਾਰੇ ਇੰਦਰੀਆਂ ਵਿੱਚੋਂ ਵਿਸ਼ੇਸ਼ ਦੱਸ ਕੇ ਆਪਣਾ ਸਰੂਪ ਦੱਸਿਆ ਹੈ। ਸਾਰੇ ਇੰਦਰੀਆਂ ਵਿੱਚੋਂ ਮਨ ਮੈਂ ਵਾਂ। ਹਾਂਜੀ। समदर्शी असूल जल्दी निरंजन कर देता है, पूर्ण प्रकाश देता है। ਹਾਂ, ਸਮਦਰਸ਼ੀ ਹੋਣ ਤੇ ਪੂਰਨ ਪ੍ਰਕਾਸ਼ ਸਾਨੂੰ ਹੋ ਜਾਂਦਾ, ਬਿਲਕੁਲ ਖਲਾਸੀ ਹੋ ਜਾਂਦੀ ਹੈ ਸਾਰੇ ਪਾਸਿਓਂ। ਇੱਥੇ ਘਰ ਬਹਿਣਾ, ਰਜ਼ਾ ਚ ਰਾਜ਼ੀ ਰਹਿਣਾ, ਇੱਕਮਿਕ ਹੋ ਜਾਣਾ, ਆਤਮ ਮਨਨ ਕਰਨ ਲੱਗ ਜਾਣਾ, ਇਹ ਸਾਰਿਆਂ ਦਾ ਇੱਕੋ ਹੀ ਅਰਥ ਹੈ। ਇਹਨੂੰ ਸਮਵਰਤੀ, ਸਮਦਰਸ਼ੀ ਕਹਿੰਦੇ ਨੇ। ਹਾਂਜੀ। समदर्शी असूल जल्दी निरंजन कर देता है, पूर्ण प्रकाश देता है। हम सब इस असूल का प्रयोग करें। ਹਾਂ, ਸਮਦਰਸ਼ੀ ਸਾਰਿਆਂ ਵਿੱਚ ਸਮ ਰਹਿਣਾ ਹੈ, ਸਾਰਿਆਂ ਵਿੱਚ ਰਮੇ ਰਹਿਣਾ, ਭਗਵਾਨ ਦੀ ਤਰ੍ਹਾਂ ਈਸ਼ਵਰ ਸਰਵ ਇੱਕੇ ਇਹ ਮੰਨਣਾ ਹੈ। ਅਵਿਅਕਤ ਵਿਅਕਤੀ ਨਹੀਂ, ਇਹ ਸਾਰਿਆਂ ਵਿਅਕਤੀਆਂ ਦੀ ਸ਼ਕਤੀ ਹੈ, ਵਿਅਕਤੀਆਂ ਨੂੰ ਬਚਾਉਣ ਵਾਲੀ, ਚਲਾਉਣ ਵਾਲੀ, ਹਿਲਾਉਣ ਵਾਲੀ, ਉੱਠਣ ਬਿਠਾਉਣ ਵਾਲੀ ਸ਼ਕਤੀ ਹੈ। ਔਰ ਸਰਵ ਵਿਆਪਕ ਹੈ, ਸਾਰੇ ਸਮਾਈ ਹੋਈ ਹੈ, ਓਮਨੀ ਪ੍ਰੈਜ਼ੈਂਟ ਹੈ। ਸਾਰੇ ਵੇਦਾਂ, ਸ਼ਾਸਤਰਾਂ, ਗ੍ਰੰਥਾਂ ਨੇ, ਬਾਈਬਲ ਨੇ, ਕੁਰਾਨ ਨੇ, ਵੇਦ ਨੇ, ਗੀਤਾ ਨੇ, ਸਾਰਿਆਂ ਨੇ ਸਾਨੂੰ, ਰਮਾਇਣ ਨੇ ਇਹੀ ਦੱਸਿਆ ਸਾਰਾ। ਕਿਤੋਂ ਨਾ ਕਿਤੋਂ ਅਸੀਂ ਚੁੱਭੀ ਮਾਰ ਕੇ ਚੰਗੀ ਤਰ੍ਹਾਂ ਖੋਜ ਕਰ ਲਈਏ ਤੇ ਸਾਨੂੰ ਇਹ ਹੀ ਨਜ਼ਰ ਆਏਗਾ ਸਾਰਿਆਂ ਵਿੱਚ। ਹਾਂਜੀ। हाँ जी, इतना ही दोबारा पढ़ देती हूँ आज। पहले कोई बात नहीं, ठीक है। इंसान के अंतःकरण पर भी ग्रहण लगा हुआ है। जानते हो क्यों? इंसानी दिल के अंदर अंतःकरण पर इच्छा का ग्रहण लगा हुआ है। आत्मा ਹਾਂ, के ਜੋ पूर्ण ਇੱਛਾ ਜਿਹੜੀਆਂ ਨੇ, ਸਾਨੂੰ ਬਹੁਤ ਸਾਰੀਆਂ ਨੇ ਇੱਛਾਵਾਂ ਦਾ ਗ੍ਰਹਿਣ ਸਾਨੂੰ ਲੱਗਾ ਹੋਇਆ ਹੈ। ਇੱਛਾ, ਇਹ ਮੇਰੀ ਇੱਛਾ ਪੂਰੀ ਹੋ ਗਈ ਨਾ, ਬਸ ਮੈਂ ਫਿਰ ਟਿਕ ਜਾਣਾ, ਮੈਂ ਆਨੰਦ ਹੋ ਜਾਣਾ, ਮੈਂ ਬਸ ਵਿਹਲਾ ਹੋ ਜਾਣਾ, ਕੁਛ ਹੋ ਜਾਣਾ। ਤੇ ਹੁੰਦਾ ਕੁਛ ਨਹੀਂ। ਇਹ ਸਾਡੀ ਗੱਲ ਹੈ, ਸੰਸਾਰੀਆਂ ਦੀ ਗੱਲ ਹੈ। ਸੰਸਾਰ ਵਿੱਚ ਰਹਿੰਦੇ ਅਸੀਂ ਕਹਿੰਦੇ ਇਹ ਕੰਮ ਮੇਰਾ ਹੋ ਗਿਆ ਨਾ, ਬਸ ਫਿਰ ਤੇ ਮੌਜਾਂ ਹੀ ਮੌਜਾਂ, ਫਿਰ ਤੇ ਛੁੱਟੀ ਹੈ, ਫਿਰ ਤੇ ਆਨੰਦ ਹੋ ਜਾਣਾ। ਤੇ ਹੁੰਦਾ ਕੁਛ ਨਹੀਂ। ਇੱਕ ਮੁੱਠੀ ਚੁੱਕ ਲੈ, ਬਜ਼ੁਰਗਾਂ ਨੇ ਦੱਸਿਆ, ਦੂਸਰੀ ਤਿਆਰ, ਪੰਡੋ ਭੰਡਾਰੀਆ, ਕਿੰਨਾ ਕੁ ਭਾਰ, ਕਿੰਨਾ ਕੁ ਤੇਰੇ ਤੇ ਭਾਰ ਹੈ। ਕੀ ਇਹ ਕਹਿੰਦਾ ਕੋਈ ਨਹੀਂ, ਲੱਥ ਜਾਣਾ, ਹੁਣੇ ਲੱਥ ਜਾਣਾ, ਉੱਥੇ ਲੱਥ ਜਾਣੀ ਹੈ, ਉੱਥੇ। ਇੱਕ ਮੁੱਠੀ ਚੁੱਕ ਲੈ, ਦੂਜੀ ਤਿਆਰ, ਦੂਜੀ ਤੇਰੇ ਸਿਰ ਤੇ ਰੱਖਣ ਨੂੰ ਤਿਆਰ ਨੇ, ਤੈਨੂੰ ਚੁਕਾਉਣ ਨੂੰ ਤਿਆਰ ਨੇ, ਡਿਊਟੀ ਫਰਜ਼ ਦੇਣਾ। ਹਾਂਜੀ। आत्मा के पूर्ण प्रकाश को इच्छा रोकती है,
अंतःकरण पर पूरी तरह से प्रकाश पड़ने नहीं देती। जब तक हाँ इच्छा एक तरफ ना हो जाए, ना करना चाहिए ना कुछ खाना चाहिए। हाँ, ਇੱਛਾ ਜਿਹੜੀ ਹੈ ਨਾ, ਇੱਛਾਵਾਂ ਸਾਨੂੰ ਕਈ ਇੱਛਾਵਾਂ ਪੈਦਾ ਹੁੰਦੀਆਂ ਨੇ ਹੈ। ਇੱਛਾਵਾਂ ਤੋਂ ਬਚ ਜਾਣਾ ਚਾਹੀਦਾ ਹੈ। ਇੱਛਾ ਇੱਕ ਸਾਡੀ ਇੱਛਾ ਮਨ ਵਿੱਚ ਹੋਈ, ਖਾਣਾ ਆ ਗਿਆ, ਅੱਗੇ ਖਾਣਾ ਹੈ, ਖਾਣਾ ਖਾ ਲਿੱਤਾ, ਛੁੱਟੀ ਹੋ ਗਈ ਫਟਾਫਟ, ਹੈ ਵਿਹਲੇ ਹੋ ਗਏ। ਕੈਸਾ ਸਿਲਸਿਲਾ, ਕੋਈ ਕੰਮ ਮੈਨੂੰ ਮਿਲਿਆ ਹੈ, ਚਿੱਠੀ ਟਾਈਪ ਕਰਨੀ ਹੈ, ਚਿੱਠੀ ਟਾਈਪ ਕਰਤੀ, ਕੰਮ ਖਤਮ ਹੋ ਗਿਆ ਸਾਰਾ। ਉਲਝਣਾ ਵਿੱਚ ਨਹੀਂ ਫਸ ਜਾਣਾ ਚਾਹੀਦਾ। ਉਲਝਣਾ ਵਿੱਚ ਫਸ ਜਾਣਾ, ਉੱਲੂ ਜਣ ਬਣਦੇ ਆ ਅਸੀਂ, ਉੱਲੂ ਦੇ ਪੱਠੇ ਬਣ ਜਾਂਦੇ ਆ। ਜਿਵੇਂ ਉੱਲੂ ਪੁੱਠਾ ਲਟਕਿਆ ਰਹਿੰਦਾ ਹੈ, ਰਾਤ ਨੂੰ ਨਹੀਂ ਸੌਂਦਾ, ਰਾਤ ਨੂੰ ਜਾਗਦਾ ਰਹਿੰਦਾ ਹੈ, ਸਵੇਰੇ ਸੌਂਦਾ ਹੈ, ਪੁੱਠਾ ਲਟਕ ਕੇ ਸੌਂਦਾ ਹੈ। ਇਹ ਸਾਡੀ ਅਵਸਥਾ ਸੰਸਾਰੀਆਂ ਦੀ ਹੋ ਜਾਂਦੀ ਹੈ। ਸੰਸਾਰੀ ਸਹਿੰਸੇ ਵਿੱਚ ਫਸ ਜਾਂਦੇ ਨੇ। ਹਾਂਜੀ। एक ही कर्म, अंकल यहाँ पे ये लिखा हुआ ना, जब तक इच्छा एक तरफ ना हो जाए न करना चाहिए, मतलब ना कोई काम करना चाहिए होएगा ना इसमें। ਹਾਂ ਮਤਲਬ ਹਾਂ, ਕੰਮ ਕਰਨਾ ਹੀ ਹੈ। ਠੀਕ ਹੈ, ਗੱਲ ਹੈ ਕਿ ਅਸੀਂ ਜਿਹੜਾ ਨਾ ਇੱਛਾ ਦੇ ਵਿੱਚ ਫਸ ਗਏ। ਇੱਛਾ ਤੇ ਸਾਨੂੰ ਕਿੰਨੀਆਂ ਹੀ ਪੈਦਾ ਹੋਈਆਂ ਹੁੰਦੀਆਂ ਨੇ। ਕਿਹੜਾ ਕੰਮ ਕਰੀਏ, ਇਹ ਵੀ ਕਰ ਲਈ, ਇਹ ਵੀ ਕਰ ਲਈ, ਇਹ ਵੀ ਕਰ ਲਈ, ਥੋੜਾ ਕਰ ਲਈ, ਇਹ ਕਰ ਲਈ, ਉਹਨੂੰ ਬੁਲਾ ਲਈ, ਇਹ ਕਰ ਲਈਏ। ਉਹ ਇੱਛਾ ਵਿੱਚ ਅਸੀਂ ਉਲਝ ਜਾਂਦੇ ਆ, ਉਲਝਣ ਬਣ ਜਾਂਦੀ ਹੈ, ਉੱਲੂ ਦੇ ਜਣ ਬਣ ਜਾਂਦੇ ਆ, ਉੱਲੂ ਦੇ ਪੱਠੇ ਬਣ ਜਾਂਦੇ ਆ। ਇੱਕ ਵੇਲੇ ਇੱਕ ਭਾਵ ਉੱਠਿਆ ਏ, ਉਸ ਨੂੰ ਖਤਮ ਕਰ ਦਈਏ ਫਟਾਫਟ। ਕੰਮ ਕਰਨ ਵਾਸਤੇ ਸਾਨੂੰ ਜਿਹੜਾ ਆਜ਼ਾਦੀ ਏ, ਜਿਹੜਾ ਵੀ ਕੰਮ ਕਰਨਾ, ਜੋ ਵੀ ਬੋਲਣਾ, ਜੋ ਵੀ ਦੇਖਣਾ, ਜੋ ਵੀ ਸੁਣਨਾ, ਇਹਦੇ ਵਾਸਤੇ ਅਸੀਂ ਆਜ਼ਾਦ ਹਾਂ ਬਿਲਕੁਲ। ਤੇ ਸਾਨੂੰ ਖਲਾਰਾ ਨਹੀਂ ਪਾ ਲੈਣਾ ਚਾਹੀਦਾ। ਖਲਾਰਾ ਪਾ ਕੇ ਪੁਆੜਾ ਪਾ ਲੈਂਦੇ ਆ, ਔਰ ਫਿਰ ਫਲ ਦੀ ਚਾਹਨਾ ਸਾਡੇ ਮੁਤਾਬਕ ਨਿਕਲੇ, ਇਹ ਨਹੀਂ ਹੋਣਾ। ਅਸੀਂ ਚਾਹੁੰਦੇ ਹਾਂ ਫਲ ਦੀ ਚਾਹਨਾ ਜਿਹੜੀ ਹੈ ਨਾ, ਫਲ ਦਾ ਚਾਹਨਾ ਦਾ ਫਲ ਜਿਹੜਾ ਸਾਡੇ ਮੁਤਾਬਕ ਨਿਕਲੇ, ਉਹ ਵੀ ਨਹੀਂ ਨਿਕਲਣਾ। ਕਿਉਂਕਿ ਅਸੀਂ ਜਿਹੜਾ ਨਾ ਕਰਮ ਕਰਨ ਵਾਸਤੇ ਆਜ਼ਾਦ ਆ, ਔਰ ਕਰਮ ਫਲ ਦੀ ਚਾਹਨਾ ਸਾਡੇ ਮੁਤਾਬਕ ਨਹੀਂ ਹੋਣੀ। ਉੱਥੇ ਆਜ਼ਾਦੀ ਨਹੀਂ ਸਾਨੂੰ। ਉਹ ਭਗਵਾਨ ਨੇ ਦੇਖਣਾ ਹੈ, ਕਰਤਾ ਪੁਰਖ ਨੇ ਦੇਖਣਾ ਹੈ ਕਿ ਕਿਸ ਭਾਵਨਾ ਨਾਲ ਕੰਮ ਕੀਤਾ ਹੈ। ਵਾਕਿਆ ਹੀ ਪਰਮਾਰਥਮਈ ਕੰਮ ਸੀ, ਵਾਕਿਆ ਹੀ ਭਾਵਨਾ ਵੀ ਸਹੀ ਸੀ। ਸਾਰਾ ਮੇਰੀ ਭਾਵਨਾ ਕੁਝ ਹੁੰਦੀ ਹੈ ਤੇ ਉੱਤੋਂ ਦਿਖਾਵਾ ਮੈਂ ਕੁਝ ਕਰਦਾ ਵਾਂ, ਦੁਨੀਆ ਨੂੰ ਕੁਝ ਮੂਰਖ ਬਣਾਉਂਦਾ ਵਾਂ, ਉੱਲੂ ਬਣਾਉਂਦਾ ਵਾਂ, ਆਪਣੇ ਘਰ ਬਾਹਰ ਦਿਆਂ ਨੂੰ ਸਾਰਾ ਸਿਲਸਿਲਾ ਹੈ। ਸਾਡੇ ਮੇਰੇ ਆਪ ਬੈਠ ਤੇ ਸੁਣ ਹਾਂਜੀ, ਉੱਥੇ सुमन जी म्यूट कर लो, ਕੋਈ ਨਹੀਂ। सुमन जी म्यूट कर लो। जब योग सिमरन से इच्छा एक तरफ हो जाए तो नई जिंदगी, नई शक्ति, नई बुद्धि, सब कुछ नया अनुभव होने लगता है। ਜਦੋਂ ਯੋਗ ਹੋ ਜਾਂਦਾ, ਜਮਾ ਹੋ ਜਾਂਦਾ, ਜੁੜ ਜਾਂਦੇ। ਯੋਗ ਮਾਨੇ ਜੁੜ ਜਾਣਾ, ਜਮਾ ਹੋ ਜਾਣਾ, ਪਲੱਸ ਹੋ ਜਾਣਾ। ਆਤਮਾ ਪ੍ਰਮਾਤਮਾ ਇੱਕ ਮੰਨਣ ਲੱਗ ਜਾਣਾ। ਪਰਮਾਤਮਾ ਦੇ ਚਰਨਾਂ ਵਿੱਚ ਹੀ ਆਤਮ ਰੂਪ ਤੌਰ ਤੇ ਅਸੀਂ ਬੈਠ ਜਾਣਾ। ਆਤਮਾ ਦੇ ਦਰਸ਼ਨ ਕਰਨ ਲੱਗ ਜਾਣਾ। ਆਤਮਾ ਨਾਲ ਹੀ ਮਨ ਸਹਿਤ, ਮਨ ਆਤਮਾ ਦਾ ਪੁੱਤਰ ਹੈ। ਇਹ ਜਿਹੜਾ ਹੈ ਮਨ ਕਿਉਂ ਨੱਸਦਾ ਭਜਦਾ ਹੈ ਸਾਡਾ, ਇਹ ਮਾਂ ਦੀ ਗੋਦ ਵਿੱਚ ਬੈਠਣਾ ਚਾਹੁੰਦਾ ਹੈ, ਮਾਂ ਦੇ ਚਰਨਾਂ ਵਿੱਚ ਬੈਠਣਾ ਚਾਹੁੰਦਾ ਹੈ। ਮੈਂ ਇਹਨੂੰ, ਅਸੀਂ ਸੰਸਾਰੀ ਇਹਨੂੰ ਦੂਰ ਦੂਰ ਰੱਖਦੇ ਹਾਂ। ਇਹ ਕੰਮ ਕਰ ਲਈਏ, ਉਹ ਕੰਮ ਕਰ ਲਈਏ, ਦੂਜਾ ਭਾਵ ਬਣਾ ਕੇ। ਠੀਕ ਹੈ, ਦੂਜਾ ਕਾਏ ਸਿਮਰੀਏ ਜੋ ਜੰਮੇ ਤੇ ਮਰ ਜਾਏ। ਫਿਰ ਕੀ ਕਰੀਏ, ਏਕੋ ਸਿਮਰੋ ਨਾਨਕਾ। ਉਹ ਕਿੱਥੇ ਹੈ, ਕਿੱਥੇ ਨਹੀਂ। ਉਹ ਸਵਾਲ ਇਹ ਹੈ, ਜਲ ਥਲ ਰਿਹਾ ਸਮਾਏ। ਜਲ ਔਰ ਥਲ ਦੋ ਹੀ ਚੀਜ਼ਾਂ ਨੇ ਇਸ ਪ੍ਰਕਿਰਤੀ ਦੇ ਵਿੱਚ। ਸਾਰੀ ਜਗ੍ਹਾ ਤੇ ਹਰੀ ਸਮਾਇਆ ਹੋਇਆ ਹੈ। ਓਮਨੀ ਪ੍ਰੈਜ਼ੈਂਟ ਹੈ, ਇੱਕ ਹੈ, ਅਵਿਅਕਤ ਹੈ, ਸਰਵ ਵਿਆਪਕ ਹੈ, ਸਭਨੀ ਥਾਈ ਹੈ, ਜ਼ਾਰਾ ਜ਼ੂਰ ਹੈ, ਹਾਜ਼ਰਾ ਜ਼ੂਰ ਹੈ, ਸਰਵ ਕਲਾ ਭਰਪੂਰ ਹੈ। ਮੈਂ ਮੰਨ ਲਵਾਂ ਇਹ ਮੇਰਾ ਆਪਣਾ ਆਪਾ ਏ। ਆਤਮਾ ਪਰਮਾਤਮਾ ਮੇਰਾ ਆਪਣਾ ਆਪਾ, ਆਪਣੇ ਕੋਲ ਹੀ ਬੋਲਣ ਵਾਲਾ, ਸੁਣਨ ਵਾਲਾ, ਸੁਣਾਉਣ ਵਾਲਾ, ਦੇਖਣ ਵਾਲਾ, ਦਿਖਾਉਣ ਵਾਲਾ, ਸਾਰਾ ਕੁਝ ਇਹੀ ਹੈ। ਹਾਂਜੀ। जानते हो ये ग्रहण क्यों लगा? आत्मा और इच्छा और अंतःकरण एक लाइन में आ गए। अंकल आत्मा और अंतःकरण को भी थोड़ा सा एक्सप्लेन कर दो। ਇੱਕ ਆਤਮਾ ਮਤਲਬ ਆਤਮਾ ਤੇ ਹੈ ਹੀ ਏ, ਜਿਹੜੀ ਨਾ ਹੋਵੇ ਤੇ ਸਾਰਾ ਸਿਲਸਿਲਾ। ਆਤਮਾ ਔਰ ਅੰਤःਕਰਨ ਮੈਨੇ ਦਿਲ ਸਾਡਾ, ਮਨ ਸਾਡਾ ਜਿਹੜਾ। ਆਤਮਾ, ਅੰਤःਕਰਨ ਔਰ इच्छा, ਹਾਂ ਇੱਛਾ ਜਿਹੜੀ ਹੈ ਪੈਦਾ ਹੁੰਦੀ ਹੈ। ਇੱਛਾ ਸਾਨੂੰ ਓਛਾ ਬਣਾ ਦਿੰਦੀ। ਕਹਿੰਦੇ ਇਹ ਤਾਂ ਬੜਾ ਹੋਛਾ ਹੈ, ਕਦੀ ਕੁਛ ਚਾਹੀਦਾ, ਕਦੀ ਕੁਛ ਚਾਹੀਦਾ, ਕੁਛ ਚਾਹੀਦਾ। ਇੱਛਾ ਨਾਲ ਹੀ ਸਾਡਾ ਸਾਰਾ ਜੀਵਨ ਚੱਲਦਾ ਪਿਆ ਹੈ। ਜਿੰਨੇ ਵੀ ਸੰਤ ਮਹਾਤਮਾ ਮਹਾਂਪੁਰਖ ਹੋਏ ਨੇ, ਉਹਨਾਂ ਦੀ ਕੋਈ ਇੱਛਾ ਨਹੀਂ ਹੁੰਦੀ। ਇੱਕ ਇੱਛਾ ਹੁੰਦੀ ਹੈ, ਈਸ਼ਵਰ ਪ੍ਰਾਪਤੀ, ਈਸ਼ਵਰ ਦੇ ਚਰਨਾਂ ਵਿੱਚ ਬੈਠਣਾ, ਪਰਮਾਰਥ ਕਰੀ ਜਾਣਾ, ਬਸ। ਇਹ ਪਰਮਾਰਥ ਵਿੱਚ ਕੋਈ ਇੱਛਾ ਨਹੀਂ ਹੁੰਦੀ। ਪਰਮਾਰਥ ਬੜਾ ਘੱਟ ਹੁੰਦਾ ਹੈ ਔਰ ਫਟਾਫਟ ਹੋ ਜਾਂਦਾ ਹੈ। ਜਿਸ ਵੇਲੇ ਸਾਡੇ ਮਨ 'ਚ ਭਾਵ ਉੱਠਦਾ ਹੈ, ਉਸੇ ਵੇਲੇ ਕਾਰਜ ਹੋ ਜਾਂਦਾ। ਹਾਂਜੀ।
आत्मा का प्रकाश इच्छा ने रोक लिया, अंतःकरण अंजन हो गया। ਹਾਂ, ਇੱਛਾ ਜਿਹੜੀ ਹੈ ਨਾ ਰੋਕ ਲੈਂਦੀ ਆਤਮਾ ਦੇ ਪ੍ਰਕਾਸ਼ ਨੂੰ। ਇੱਛਾ ਜਿਹੜੀ ਹੈ ਨਾ ਉਹ ਰੋਕ ਲੈਂਦੀ ਹੈ ਤੇ ਅੰਤःਕਰਨ ਜਿਹੜਾ ਹੈ ਉੱਥੇ ਹਨੇਰਾ ਹੋ ਜਾਂਦਾ ਹੈ। ਇਹ ਮੁਸ਼ਕਲ ਹੁੰਦੀ ਹੈ। ਸਾਡੇ ਮਨ ਤੇ ਅੰਧੇਰਾ ਹੋ ਗਿਆ ਤੇ ਖਲੇਰਾ ਜਿਹੜਾ ਕਿਸ ਤਰ੍ਹਾਂ ਨਿਬੇਟਾਂਗੇ। ਜਦੋਂ ਚਾਨਣ ਹੋ ਗਿਆ ਤੇ ਸਾਰਾ ਖਲੇਰਾ ਇੱਧਰ ਉੱਧਰ ਦੀਆਂ ਚੀਜ਼ਾਂ ਬਿਲਕੁਲ ਦਿਸਣਗੀਆਂ, ਬਿਲਕੁਲ ਇੱਕ ਪਾਸੇ ਕਰ ਦਾਂਗੇ, ਇੱਕ ਪਾਸੇ ਆਪ ਵੀ ਹੋ ਜਾਵਾਂਗੇ, ਇੱਕ ਦੇ ਚਰਨਾਂ ਵਿੱਚ ਬਹਿ ਜਾਵਾਂਗੇ। ਇੱਕ ਹੈ ਹੀ ਇੱਕ, ਮੰਨ ਲਈਏ ਇੱਕ ਹੋ ਜਾਈਏ, ਮਨੋ ਇੱਕ ਮਿਕ, ਫੇਰ ਗੱਲ ਬਣਦੀ ਹੈ। ਮਨੋ ਨਹੀਂ ਇੱਕ ਮਿਕ ਹੁੰਦੇ, ਤਨੋਂ ਤੇ ਜੱਫੀਆਂ ਪੈ ਜਾਂਦੀਆਂ, ਸਭ ਕੁਝ ਹੋ ਜਾਂਦਾ ਹੈ, ਲੇਕਿਨ ਮਨੋ ਇੱਕ ਮਿਕ ਨਹੀਂ ਹੋਈਦਾ। ਮਨ ਵਿੱਚ ਖੋਟ ਰੱਖੀ ਦੀ ਏ ਤੇ ਫੇਰ ਓਟ ਨਹੀਂ ਹੁੰਦੀ, ਤੋਟ ਹੁੰਦੀ ਹੈ। ਤੋਟ ਕਦੋਂ ਹਟੇਗੀ ਸਾਨੂੰ? ਕਮੀ ਕਦੋਂ ਹਟੇਗੀ? ਜਦੋਂ ਇੱਕ ਦੀ ਓਟ ਲਵਾਂਗੇ, ਇੱਕ ਨਾਲ ਜਿਹੜਾ ਇੱਕ ਦੇ ਚਰਨਾਂ ਵਿੱਚ ਬਹਿ ਜਾਵਾਂਗੇ, ਇੱਕ ਦੇ ਚਰਨਾਂ ਵਿੱਚ ਆਪਣਾ ਮਸਤਕ ਰੱਖ ਦੇਵਾਂਗੇ, ਉਦੋਂ ਜਿਹੜੀ ਹੈ ਨਾ ਤੋਟ ਖਤਮ ਹੋ ਜਾਏਗੀ। ਉਦੋਂ ਸੱਚੀ ਓਟ ਮਿਲ ਗਈ ਤੇ ਤੋਟ ਖਤਮ ਹੋ ਗਈ। ਹਾਂਜੀ। असल हालत अंतःकरण निरंजन है, निरक्षित है। कि मीन्स अंतःकरण की कोई इच्छा नहीं होती। निरंजन है का मतलब क्या हुआ अंकल? अंतःकरण ਅੰਜਨ ਕਾਲਖ ਨੂੰ ਕਹਿੰਦੇ ਨੇ ਪੁੱਤਰ, ਅੰਜਨ ਕਹਿੰਦੇ ਨੇ ਸੁਰਮੇ ਨੂੰ, ਕਾਲਖ ਨੂੰ। ਕਾਲਾ ਹੁੰਦਾ ਨਾ, ਉਹ ਕਿਤੇ ਲੱਗ ਜਾਏ, ਸਾਨੂੰ ਅੱਖਾਂ 'ਚ ਵੀ ਪਾਈਦਾ ਤੇ ਕਿਤੇ ਹੋਰ ਕਿਤੇ ਲੱਗ ਜਾਵੇ, ਜਾਂ ਟਿੱਕਾ ਲਾ ਲਈਦਾ ਨਜ਼ਰ ਨਾ ਲੱਗ ਜਾਵੇ, ਇਹ ਅੰਜਨ ਹੁੰਦਾ। ਅੰਜਨ ਮੈਨੇ ਕਾਲਖ। ਹਾਂਜੀ। अंतःकरण असल हालत अंतःकरण निरंजन है, निरक्षित है। ਹਾਂ, समदर्शी ਨਿਰੰਜਨ ਨਹੀਂ, ਕਾਲਖ ਕੋਈ ਨਹੀਂ, ਨਿਰਿਛਤ, ਇਹਦੇ 'ਚ ਇੱਛਾ ਵੀ ਕੋਈ ਨਹੀਂ। ਇੱਛਾ ਅਸੀਂ, ਸਾਡੇ ਭਾਵ ਉੱਠਦਾ ਹੈ ਤੇ ਅਸੀਂ ਇੱਛਾ ਬਣਾਈਆਂ ਨੇ ਜਗਤ ਵਿੱਚ ਆ ਕੇ ਨਾ। ਜਗਤ ਵਿੱਚ ਆਉਣ ਤੋਂ ਪਹਿਲਾਂ ਅਸੀਂ ਭਗਵਾਨ ਦੇ ਚਰਨਾਂ ਵਿੱਚ ਬਹਿੰਦੇ ਹਾਂ, ਮਾਂ ਦੇ ਗਰਭ ਵਿੱਚ ਹੁੰਦੇ ਹਾਂ, ਤਰਲੇ ਮਾਰਦੇ ਹਾਂ, ਪੁੱਠੇ ਲਟਕੇ ਹੁੰਦੇ ਹਾਂ, ਪ੍ਰਭੂ ਅਸੀਂ ਤੂੰ ਸਾਨੂੰ ਇੱਕ ਵਾਰੀ ਬਾਹਰ ਕੱਢ ਇਸ ਜਗਤ ਵਿੱਚ, ਆਪਣੀ ਰਚਨਾ ਵਿੱਚ। ਅਸੀਂ ਤੈਨੂੰ ਕਦੀ ਨਹੀਂ ਭੁੱਲਾਂਗੇ, ਕੋਈ ਗਲਤੀ ਨਹੀਂ ਕਰਾਂਗੇ, ਕੈਸਾ। ਔਰ ਲੇਕਿਨ ਬਾਹਰ ਦੀ ਹਵਾ ਲੱਗਦਿਆਂ ਸਾਰ ਹੀ ਅਸੀਂ ਸਾਰਾ ਉਲਟਮ ਪੁਲਟਮ ਹੋ ਜਾਂਦੇ ਹਾਂ। ਹਾਂਜੀ। समदर्शी असूल जल्दी निरंजन कर देता है, पूर्ण प्रकाश कर देता है। हम सब इस असूल का प्रयोग करें। ਸਮਦਰਸ਼ੀ ਹੈ ਬਸ। ਸਮਦਰਸ਼ੀ ਹਰਸ਼ੀ, ਹਰਸ਼ੀ ਹੈ, ਖੁਸ਼ ਹੈ, ਖੁਸ਼ ਹੈ। ਹਰਸ਼ ਮੈਨੇ ਖੁਸ਼ੀ ਵਿੱਚ ਆਨੰਦ ਲੈਂਦਾ ਹੈ। ਉਹ ਤੇ ਸੱਚਖੰਡ ਵਿੱਚ ਰਹਿੰਦਾ ਹੈ ਜਿਹੜਾ ਸਮਦਰਸ਼ੀ ਹੈ। ਜਿਹੜਾ ਕੋਈ ਆਪਣਾ ਪਰਾਇਆ ਨਹੀਂ ਦੇਖਦਾ, ਭਗਵਾਨ ਨੂੰ ਹੀ ਦੇਖਦਾ ਪਿਆ ਹੈ। ਜਿਹੜਾ ਕੋਈ ਪਾਪੀ ਪੁੰਨੀ ਨਹੀਂ ਦੇਖਦਾ ਪਿਆ, ਜਿਹੜਾ ਕੋਈ ਹੋਰ ਵੀ ਨੀਚ ਉੱਚ ਨਹੀਂ ਕਰਦਾ ਪਿਆ, ਕੈਸਾ ਸਿਲਸਿਲਾ ਹੈ, ਇਹ ਸਮਦਰਸ਼ੀ ਹੈ। ਜਿਹੜਾ ਹਰੀ ਨੂੰ ਹੀ ਦੇਖਦਾ, ਹਰ ਵਿੱਚ ਹਰੀ ਲਈਏ ਦੇਖ, ਮਿਟ ਜਾਣ ਸਾਡੇ ਸਾਰੇ ਕਲੇਸ਼, ਸੁਖੀ ਰਹੀਏ ਹਮੇਸ਼। ਸੌਖਾ ਫਾਰਮੂਲਾ ਹੈ, ਸਭ ਤੋਂ ਵਧੀਆ ਔਰ ਸੌਖਾ ਫਾਰਮੂਲਾ ਹੈ। ਚੀਪ ਐਂਡ ਬੈਸਟ ਹੈ। ਪੈਸਾ ਵੀ ਕੋਈ ਨਹੀਂ ਲੱਗਦਾ, ਹਿੰਮਤ ਮਿਹਨਤ ਵੀ ਨਹੀਂ ਮਾਰਨੀ ਪੈਂਦੀ ਕੋਈ ਇੰਨੀ ਜ਼ਿਆਦਾ। ਅਭਿਆਸ ਹੈ ਬਸ। ਜਿਹੜਾ ਵੀ ਅਸੀਂ ਕੰਮ ਕਰਨਾ ਹੈ ਨਾ, ਜਿਸ ਕੰਮ ਵਿੱਚ ਅਸੀਂ ਕਾਮਯਾਬ ਹੋਣਾ ਹੈ ਨਾ, ਸ਼ੁਰੂ ਤੋਂ ਰੋਜ਼ਮर्रा ਉਹ ਕਰੀਏ, ਜਿਹੜਾ ਰੋਜ਼ ਰੋਜ਼ ਕਰੀਏ, ਆਦਤ ਬਣ ਜਾਂਦੀ ਹੈ। ਆਦਤ ਪੱਕ ਜਾਏ, ਅਭਿਆਸ ਬਣ ਜਾਂਦਾ ਹੈ। ਅਭਿਆਸ ਪੱਕ ਜਾਏ, ਸੰਸਕਾਰ ਬਣ ਜਾਂਦੇ ਨੇ। ਉਹ ਸੰਸਕਾਰ ਤੇ ਇਸ ਉਮਰ ਵਿੱਚ ਸਾਡੇ ਕੰਮ ਵੀ ਆਉਂਦੇ ਨੇ। ਜਦੋਂ ਅਸੀਂ ਮਰ ਜਾਣਾ, ਸਰੀਰ ਛੱਡ ਜਾਣਾ, ਦੂਸਰਾ ਜਨਮ ਲੈਣਾ ਹੈ, ਦੂਸਰਾ ਸਰੀਰ ਧਾਰਨ ਕਰਨਾ ਹੈ, ਉਦੋਂ ਵੀ ਫਰੋਮ ਦਾ ਵੈਰੀ ਬਿਗਨਿੰਗ, ਬਿਲਕੁਲ ਸ਼ੁਰੂ ਤੋਂ ਹੀ, ਮਾਂ ਦੇ ਗਰਭ ਚੋਂ ਹੀ, ਉਹ ਸਾਨੂੰ ਜਿਹੜੇ ਨੇ ਨਾ ਵੈਸੇ ਐਸੇ ਮਿਲਣੇ ਸ਼ੁਰੂ ਹੋ ਜਾਣਗੇ। ਅੱਛੇ, ਅੱਛਾਈ, ਬੁਰਾਈ ਨਹੀਂ ਲਾਗੇ ਆਏਗੀ, ਅੱਛਾਈ ਆਏਗੀ। ਜੇ ਬੁਰਾਈ ਵਾਲੇ ਆ, ਪਾਪੀ ਆ, ਤੇ ਫਿਰ ਸਾਰੀਆਂ ਬੁਰਾਈਆਂ ਆਣਗੀਆਂ। ਦੇਖਿਆ ਨਾ ਕਈ ਬੱਚੇ ਜਨਮ ਤੋਂ ਹੀ ਕੈਸੇ ਹੁੰਦੇ ਨੇ, ਜਨਮ ਤੋਂ ਹੀ ਸ਼ਰਾਰਤੀ ਹੁੰਦੇ ਨੇ, ਪਾਪੀ ਹੁੰਦੇ ਨੇ, ਕੈਸਾ ਬਾਹਰ ਮਾਂ ਦੇ ਗਰਭ ਚ ਆਉਂਦੇ ਆ ਕੈਸਾ। ਔਰ ਕਈ ਭਗਤ ਸੰਤ ਹੁੰਦੇ ਨੇ, ਧਰੂ ਜੀ, ਪ੍ਰਹਲਾਦ ਜੀ, ਨਿੱਕੇ ਨਿੱਕੇ ਭਗਤ, ਗੁਰੂ ਸਾਹਿਬਾਨ ਦੇ ਬੇਟੇ ਜਿਹੜੇ ਹੋਏ ਚਾਰ, ਗੁਰੂ ਗੋਬਿੰਦ ਸਿੰਘ ਬਾਬਾ ਜੀ ਦੇ, कैसे लायक सन कैसे। हाँ जी। हाँ जी। आज हमने जाना कि अंतःकरण हमारा निरंजन है, और आत्मा के ऊपर जब हमारे इच्छाओं का ग्रहण लग जाता है तो हम उसको देख नहीं पाते, अपनी आत्मा को, उसके दर्शन हम नहीं कर पाते। आज के लिए हम इतना ही पढ़ेंगे। और फिर हमने ये भी जाना कि सम असूल वाली जिंदगी कहते हैं जीनी चाहिए, मतलब समदर्शी असूल के हम सबके लिए एक जैसा हमारा सोच होनी चाहिए, एक जैसा व्यवहार। व्यवहार तो अलग हो सकता है, जैसे अंकल व्यवहार तो एक जैसा नहीं हो सकता ना। समदर्शी का मतलब समझाओ थोड़ा सा। व्यवहार क्या कहते हो? समदर्शी का व्यवहार, मतलब,
समदर्शी का मतलब ਸਮਦਰਸ਼ੀ ਦਾ समझाओ। ਮਤਲਬ ਸਾਡੀ ਨਜ਼ਰ ਵਿੱਚ ਸਾਰੇ ਇੱਕੋ ਹੀ ਨੇ। ਨਾ ਕੋਈ ਗਰੀਬ ਨਾਲ ਨਫ਼ਰਤ ਹੈ, ਨਾ ਕੋਈ ਅਮੀਰ ਨਾਲ ਪਿਆਰ ਹੈ। ਮਤਲਬ ਲਾਲਚ ਹਟ ਗਿਆ, ਇੱਛਾ ਹਟ ਗਈ, ਸਵਾਰਥ ਹਟ ਗਿਆ ਨਾ ਸਾਡਾ, ਤੇ ਅਸੀਂ ਸਮਦਰਸ਼ੀ ਹੋ ਜਾਵਾਂਗੇ। ਸਵਾਰਥ ਸਾਨੂੰ ਜਿਹੜਾ ਹੈ ਨਾ ਉਹ ਸਮਦਰਸ਼ੀ ਨਹੀਂ ਹੋਣ ਦਿੰਦਾ। ਪਰਮਾਰਥ ਜਿਹੜਾ ਉਹ ਸਮਦਰਸ਼ੀ ਕਰਦਾ, ਸਭ ਦਾ ਭਲਾ ਹੋਏ। ਸਭ ਵਿੱਚ ਕਿਹੜਾ ਰਹਿ ਗਿਆ? ਮੇਰਾ ਜਿਹੜਾ ਦੁਸ਼ਮਣ ਹੈ ਉਹ ਰਹਿ ਗਿਆ ਹੈ, ਕਿ ਮੇਰਾ ਜਿਹੜਾ ਗੁਆਂਢੀ ਉਹ ਰਹਿ ਗਿਆ, ਮੇਰਾ ਜਿਹਨੇ ਨੁਕਸਾਨ ਕੀਤਾ ਉਹ ਰਹਿ ਗਿਆ? ਨਹੀਂ, ਕੋਈ ਨਹੀਂ ਰਹਿ ਗਿਆ। सब दा भला होए भगवान, सबके हृदय उपजे ज्ञान, सबको गुरमत मिले दान, सबको भक्ति शक्ति सदगुण मिलन दान। ਇਹਦੇ ਨਾਲ ਕੀ ਹੋਏਗਾ? ਸਾਰੇ ਵਿਸ਼ਵ ਦਾ ਹੋ ਕਲਿਆਣ। ਜਦੋਂ ਸਾਰੇ ਵਿਸ਼ਵ ਦਾ ਕਲਿਆਣ ਚਾਹੁੰਦੇ ਆ, ਭਲਾ ਮੰਗਦੇ ਆ ਸੱਚਮੁੱਚ ਸੱਚੇ ਦਿਲ ਨਾਲ, ਤੇ ਮੈਂ ਪਰੇ ਰਹਿ ਗਿਆ ਨਾ? ਮੇਰਾ ਮੁਫਤੋਂ ਮੁਹਤ ਭਲਾ ਹੋ ਗਿਆ ਹੈ। ਸਭ ਕਾ ਭਲਾ ਹੋਏ ਭਗਵਾਨ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ, ਸਭ ਦਾ ਭਲਾ। ਓਮ ਸਰਵੇ ਭਵੰਤੁ ਸੁਖਿਨः ਸਰਵੇ ਸੰਤु ਨਿਰਾਮਯः सर्वे भद्राणि पश्यन्तु मां कश्चित् दुख भाग भवेत्। किन्ना महान श्लोक है संस्कृत दा, वेदां दा कमाल है। हाँ जी, हाँ जी, बिल्कुल ठीक। हाँ चलिए जी, आज, जय श्री कृष्णा। हाँ जी, जय हाँ। जय श्री कृष्ण। और बहुत मतलब अच्छी चीज बताई है। इच्छा का ये जो आप लाइन बोल रहे थे ना, जब तक इच्छा एक तरफ ना हो जाए, ना करना चाहिए ना कुछ खाना चाहिए, ये इसमें तो महाराज जी ने मतलब हमें ये बता ही दिया है। इसलिए वेट करनी चाहिए। जैसे कई बार हमारी कोई इच्छा हो जाती है, पता नहीं हमें मतलब कंफर्म नहीं होता कि ये पूरी होएगी तो हमारे लिए अच्छी है या नहीं है, ठीक है ना। कुछ कई बार कोई इच्छा हो जाती है, तो उसके लिए हमें वेट करनी है और सिमरन करना है। और जब हम सिमरन करेंगे तो हो सकता है अगर गलत इच्छा है तो उसका साया जो है वो दिल से ही हट जाए, और फिर हमारा जो अंतःकरण है ना वो फिर पूर्ण प्रकाशवान हो जाएगा। मेरे को मतलब ये लगा। गलत है या ठीक है? हाँ जी, बताइए। देखो, भगवान तो हमारी सारी जरूरतें पूरी कर रहा है। जिसने हमें जन्म दिया है उसने हमारी किस्मत कर्म भाग पहले ही बना दिए हैं। जन्म होने से ही सारा सिलसिला है। वो मुझे मिलना ही है। जो समदर्शी है, जो इच्छा से परे है, जो इच्छावादी है, एक इच्छा पूरी हो गई, दूसरी हो गई, तीसरी, चौथी, पंचवीं। जिसको इच्छा नहीं है उसको भी खाना पीना मिलता जाता है, उसको भी सारी चीजें मिलती जाती हैं। रहने का सामान भी मिलता है, पहनने का सामान भी मिलता है। कम मिले, ज्यादा मिले, अच्छा मिले, घटिया मिले, बढ़िया मिले, कुछ न कुछ होता ही रहता है। करते हो तुम गनैया, मेरा तो, हमारा शरीरों का तो खाली नाम ही हो रहा है कि हम करने वाले हैं। भगवान की प्रेरणा से, प्रेरक प्रभु की प्रेरणा से सब कुछ होता जाता है और सब कुछ ठीक होता जाता है। सबे घट राम बोले, रामा बोले, दस का भाई राम बिना को बोले रे। ਤੂੰ ਮੰਨੇ ਤੇ ਤੇਰੇ ਨਾਲ ਵੀ ਬੋਲਣ ਲੱਗ ਜਾਵੇ। ਅੰਦਰੋਂ ਪ੍ਰੇਰਣਾ ਹੁੰਦੀ ਹੈ। ਮਾਨਸਿਕ ਪੂਜਾ ਬੈਸਟ ਹੈਗੀ ਹੈ। ਕਦੀ ਕਦੀ ਮੈਨੂੰ ਥੋੜਾ ਮੌਕਾ ਮਿਲਦਾ ਹੈ ਤੇ ਬਹੁਤ ਆਨੰਦ ਆਉਂਦਾ ਹੈ ਮਾਨਸਿਕ ਪੂਜਾ ਨਾਲ। ਗੁਰੂ ਪ੍ਰਭੂ ਦੇ ਚਰਨਾਂ ਵਿੱਚ ਬੈਠ ਕੇ, ਭਗਵਾਨ ਦੇ ਚਰਨਾਂ ਵਿੱਚ ਬੈਠ ਕੇ ਗੱਲਬਾਤ ਸੁਣੀ ਸੁਣਾਈ ਦੀ ਹੈ। ਕੋਈ ਜ਼ਿਆਦਾ ਖਲਾਰਾ ਨਹੀਂ ਪੈਂਦਾ, ਪੁਆੜਾ ਨਹੀਂ ਪੈਂਦਾ, ਰੌਲਾ ਨਹੀਂ ਪੈਂਦਾ, ਹੌਲਾ ਹੋ ਜਾਂਦਾ ਮਨ ਤਨ ਧਨ। ਹਾਂਜੀ, हाँ जी, बस यही मतलब याद मुझे तो यही समझ में आया कि हाँ जी, समदर्शी हो जाएं और उसको ही समर्पण कर दें। अगर इच्छा कोई उठती भी है, इंसानी जन्म जामने में आए हुए हैं, इच्छा तो उठेगी, कभी ना कभी उठती भी है। और उठती है तो उसका आसान सा तरीका महाराज जी ने बता दिया है कि बस अगर इच्छा उठती है कोई तो कुछ ना करो, सिमरन में जुड़ जाओ। उस समय सिमरन में जुड़ोगे तो नई जिंदगी, नई शक्ति, नई बुद्धि अनुभव होने लगती है, और खुद ब खुद वो इच्छा है वो समाप्त हो जाती है, और बंदा फिर से अपने स्वरूप में, प्रभु स्वरूप में आ जाता है, और ये जो ग्रहण है इच्छा का वो हट जाता है और फिर से ਕਈ ਵੀ ਅਸੀਂ निरंजन हो ਦੇਖਿਆ जाता है। ਸਾਡੇ ਨਾਲ, ਕਈਆਂ ਨਾਲ, ਸਾਰਿਆਂ ਨਾਲ ਬਿਨ ਮੰਗੇ ਸਭ ਕੁਝ ਮਿਲੇ, ਮੰਗੇ ਮਿਲੇ ਨਾ ਭੀਖ। ਬਿਨਾ ਮੰਗਿਆ, ਇੱਛਾ ਤੋਂ ਪਰੇ ਹੋ ਕੇ, ਓਛਾਪਨ ਤੋਂ ਪਰਾ ਹੋ ਕੇ ਭਗਵਾਨ ਦੀ ਪ੍ਰਾਪਤੀ ਵੀ ਹੋ ਜਾਂਦੀ ਹੈ ਬੜੇ ਆਰਾਮ ਨਾਲ। ਔਰ ਕਈ ਵਾਰੀ ਮੰਗਣ ਨਾਲ ਭਿਕਸ਼ਾ ਵੀ ਨਹੀਂ ਸਾਨੂੰ ਪੈਂਦੀ। ਸਾਡੇ ਕੋਲ ਮੰਗਣ ਵਾਲੇ ਆਉਂਦੇ ਨੇ, ਕਈਆਂ ਨੂੰ ਧੱਕੇ ਮਾਰ ਕੇ ਕੱਢ ਦਿੰਦੇ ਆ, ਗੁੱਸੇ ਹੋ ਕੇ ਕੱਢ ਦਿੰਦੇ ਆ, ਬਿਲਕੁਲ ਨਹੀਂ ਦਿੰਦੇ, ਤਰਲੇ ਮਾਰਦਾ ਫਿਰਦਾ। ਔਰ ਕਿਸੇ ਨੂੰ ਸਹਿਜ ਸੁਭਾਅ ਹੀ ਕਿੰਨਾ। ਇਹ ਸਾਰੀ ਪ੍ਰਭੂ ਦੀ ਲੀਲਾ, ਲੀਲਾ ਧਾਰੀ ਤੇਰੀ ਲੀਲਾ ਕਮਾਲ ਹੈ। ਕੋਈ ਅਰਬਾਂ ਕਰੋੜਾਂ ਪਤੀ, ਕੋਈ ਬਿਲਕੁਲ ਕੰਗਾਲ ਹੈ। ਜਿਹੜਾ ਤੇਰੇ ਚਰਨਾਂ ਵਿੱਚ ਬੈਠਾ ਹੋਇਆ, ਤੂੰ ਦੀਨ ਦਿਆਲ, ਉਹਦੇ ਤੇ ਦਇਆ ਕੀਤੀ। ਹਾਂਜੀ, हाँ जी, आगे चले हाँ इसके बाद।
बिल्कुल जी, हाँ जी, जय श्री कृष्ण जी, कल करते हैं बाकी। जय श्री कृष्ण।